ਸਤਿ ਸ੍ਰੀ ਅਕਾਲ। ਕਦੇ ਸੋਚਿਆ ਹੈ ਕਿ ਜਦੋਂ ਦੇਸ਼ ਦੇ ਸਭ ਤੋਂ ਵੱਡੇ ਕਾਨੂੰਨ ਯਾਨੀ ਸਾਡੇ ਸੰਵਿਧਾਨ ਤੇ ਹੀ ਕੋਈ ਵੱਡਾ ਸਵਾਲ ਖੜਾ ਹੋ ਜਾਵੇ ਤਾਂ ਸੁਪਰੀਮ ਕੋਰਟ ਉਸ ਗੁੰਝਲ ਨੂੰ ਕਿਵੇਂ ਸੁਲਝਾਉਂਦੀ ਹੈ? ਖੈਰ, ਅੱਜ ਅਸੀਂ ਸੁਪਰੀਮ ਕੋਰਟ ਦੀ ਇਸੇ ਖਾਸ ਤਾਕਤ ਯਾਨੀ ਸੰਵਿਧਾਨਿਕ ਬੈਂਚ ਦੀ ਪੂਰੀ ਕਹਾਣੀ ਨੂੰ ਸਮਝਾਂਗੇ। ਚਲੋ ਸਿੱਧਾ ਇੱਕ ਸਵਾਲ ਤੋਂ ਹੀ ਸ਼ੁਰੂ ਕਰਦੇ ਹਾਂ। ਮੰਨ ਲਓ ਸੰਵਿਧਾਨ ਦੇ ਕਿਸੇ ਹਿੱਸੇ ਦਾ ਅਸਲ ਮਤਲਬ ਕੀ ਹੈ, ਇਸ ਤੇ ਬਹਿਸ ਛਿੜ ਜਾਂਦੀ ਹੈ। ਤਾਂ ਫੈਸਲਾ ਕਰਨ ਲਈ ਕਿੰਨੇ ਜੱਜ ਚਾਹੀਦੇ ਹੋਣਗੇ? 1, 2 ਜਾਂ ਇਸ ਤੋਂ ਵੀ ਕਿਤੇ ਵੱਧ? ਇਹੀ ਉਹ ਸਵਾਲ ਹੈ ਜਿਸ ਦੇ ਜਵਾਬ ਵਿੱਚ ਸਾਰਾ ਰਾਜ਼ ਛੁਪਿਆ ਹੋਇਆ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਪਵੇਗਾ ਕਿ ਸੁਪਰੀਮ ਕੋਰਟ ਦੀ ਸਭ ਤੋਂ ਵੱਡੀ ਤੇ ਸਭ ਤੋਂ ਅਹਿਮ ਜ਼ਿੰਮੇਵਾਰੀ ਸਾਡੇ ਸੰਵਿਧਾਨ ਦੀ ਰਾਖੀ ਕਰਨਾ ਹੈ। ਹੁਣ ਹਰ ਕੇਸ ਇੱਕੋ ਜਿਹਾ ਨਹੀਂ ਹੁੰਦਾ। ਜਦੋਂ ਕੋਈ ਮਾਮਲਾ ਸਿਰਫ 2 ਲੋਕਾਂ ਦਾ ਨਿੱਜੀ ਝਗੜਾ ਨਾ ਹੋਵੇ, ਬਲਕਿ ਸੰਵਿਧਾਨ ਨਾਲ ਜੁੜਿਆ ਕਾਨੂੰਨ ਦਾ ਕੋਈ ਵੱਡਾ ਸਵਾਲ ਖੜਾ ਕਰੇ, ਤਾਂ ਸਮਝੋ ਗੱਲ ਗੰਭੀਰ ਹੈ ਅਤੇ ਅਜਿਹੇ ਮਾਮਲਿਆਂ ਲਈ ਨਿਯਮ ਵੀ ਖਾਸ ਹੁੰਦੇ ਨੇ। ਤੇ ਐਸੇ ਖਾਸ ਹਾਲਤ ਵਿੱਚ ਸਾਹਮਣੇ ਆਉਂਦੀ ਹੈ ਸੰਵਿਧਾਨਿਕ ਬੈਂਚ। ਇਸ ਦੇ ਲਈ ਜੱਜਾਂ ਦੀ ਇੱਕ ਘੱਟੋ-ਘੱਟ ਗਿਣਤੀ ਤੈਅ ਕੀਤੀ ਗਈ ਹੈ। ਆਓ ਦੇਖਦੇ ਹਾਂ ਕਿ ਉਹ ਖਾਸ ਕਾਨੂੰਨੀ ਲੋੜ ਕੀ ਹੈ। ਤੇ ਉਹ ਨੰਬਰ ਹੈ 5। ਜੀ ਹਾਂ, ਘੱਟੋ-ਘੱਟ 5 ਜੱਜ। ਇਹ ਕੋਈ ਐਵੇਂ ਚੁਣਿਆ ਹੋਇਆ ਅੰਕੜਾ ਨਹੀਂ ਹੈ। ਇਸ ਪਿੱਛੇ ਇੱਕ ਡੂੰਘੀ ਸੋਚ ਹੈ ਕਿ ਜਦੋਂ ਮਾਮਲਾ ਇੰਨਾ ਵੱਡਾ ਹੋਵੇ ਤਾਂ ਕਈ ਤਜਰਬੇਕਾਰ ਨਿਆਇਕ ਦਿਮਾਗ ਮਿਲ ਕੇ ਵਿਚਾਰ ਕਰਨ ਤਾਂ ਕਿ ਫੈਸਲਾ ਹਰ ਪੱਖ ਤੋਂ ਪਰਖਿਆ ਹੋਵੇ। ਇਸੇ 5 ਜਾਂ ਉਸ ਤੋਂ ਵੱਧ ਜੱਜਾਂ ਦੇ ਗਰੁੱਪ ਨੂੰ ਅਸੀਂ ਸੰਵਿਧਾਨਿਕ ਬੈਂਚ ਕਹਿੰਦੇ ਹਾਂ। ਯਾਦ ਰੱਖਣਾ, ਇਹ ਸਿਰਫ ਤੇ ਸਿਰਫ ਉਹਨਾਂ ਕੇਸਾਂ ਲਈ ਬਣਾਈ ਜਾਂਦੀ ਹੈ ਜਿੱਥੇ ਸੰਵਿਧਾਨ ਦੇ ਕਿਸੇ ਵੱਡੇ ਸਵਾਲ ਦਾ ਜਵਾਬ ਲੱਭਣਾ ਹੋਵੇ। ਇਹ ਨਿਯਮ ਕਿਤੋਂ ਬਾਹਰੋਂ ਨਹੀਂ ਆਇਆ, ਇਹ ਸਿੱਧਾ ਸਾਡੇ ਸੰਵਿਧਾਨ ਵਿੱਚ ਹੀ ਲਿਖਿਆ ਹੈ। ਆਰਟੀਕਲ 145(3) ਬਿਲਕੁਲ ਸਾਫ਼-ਸਾਫ਼ ਕਹਿੰਦਾ ਹੈ ਕਿ ਜਦੋਂ ਵੀ ਸੰਵਿਧਾਨ ਦੀ ਵਿਆਖਿਆ ਦਾ ਸਵਾਲ ਆਵੇਗਾ ਤਾਂ ਘੱਟੋ-ਘੱਟ 5 ਜੱਜਾਂ ਦਾ ਬੈਠਣਾ ਲਾਜ਼ਮੀ ਹੈ। ਇਹੀ ਇਸ ਪੂਰੀ ਪ੍ਰਕਿਰਿਆ ਦੀ ਨੀਂਹ ਹੈ। ਤਾਂ ਫਿਰ ਇੱਕ ਆਮ ਕੇਸ ਤੇ ਇੱਕ ਸੰਵਿਧਾਨਿਕ ਕੇਸ ਵਿੱਚ ਅਸਲ ਫਰਕ ਕੀ ਹੈ? ਫਰਕ ਹੈ ਜੱਜਾਂ ਦੀ ਗਿਣਤੀ ਅਤੇ ਬੈਂਚ ਦੀ ਬਣਤਰ ਵਿੱਚ। ਆਮ ਤੌਰ ਤੇ ਸੁਪਰੀਮ ਕੋਰਟ ਵਿੱਚ ਜ਼ਿਆਦਾਤਰ ਮਾਮਲੇ ਡਿਵੀਜ਼ਨ ਬੈਂਚ ਸੁਣਦੀ ਹੈ, ਜਿਸ ਵਿੱਚ 2 ਜਾਂ ਕਈ ਵਾਰ 3 ਜੱਜ ਹੁੰਦੇ ਹਨ। ਪਰ ਜਦੋਂ ਦਾਤੇ ਸੰਵਿਧਾਨ ਲੱਗਿਆ ਹੋਵੇ ਤਾਂ ਮਾਮਲਾ ਸਿੱਧਾ ਸੰਵਿਧਾਨਿਕ ਬੈਂਚ ਕੋਲ ਜਾਂਦਾ ਹੈ, ਜਿੱਥੇ 5 ਜਾਂ ਉਸ ਤੋਂ ਵੀ ਵੱਧ ਜੱਜ ਮੌਜੂਦ ਹੁੰਦੇ ਨੇ। ਤਾਂ ਸਵਾਲ ਇਹ ਹੈ ਕਿ ਇਹ ਬੈਂਚ ਬਣਦੀ ਕਦੋਂ ਹੈ? ਇੱਕ ਤਾਂ ਜਦੋਂ ਸੰਵਿਧਾਨ ਦੀ ਵਿਆਖਿਆ ਕਰਨੀ ਹੋਵੇ, ਦੂਜਾ ਜਦੋਂ ਕੋਈ ਬਹੁਤ ਹੀ ਵੱਡਾ ਕਾਨੂੰਨੀ ਸਵਾਲ ਫਸਿਆ ਹੋਵੇ, ਜਾਂ ਫਿਰ ਜਦੋਂ ਸੁਪਰੀਮ ਕੋਰਟ ਦੇ ਹੀ ਪੁਰਾਣੇ ਫੈਸਲਿਆਂ ਵਿੱਚ ਆਪਸ ਵਿੱਚ ਕੋਈ ਟਕਰਾਅ ਹੋਵੇ। ਇਹ ਬੈਂਚਾਂ ਪੱਕੀਆਂ ਨਹੀਂ ਹੁੰਦੀਆਂ, ਲੋੜ ਪੈਣ ਤੇ ਹੀ ਬਣਾਈਆਂ ਜਾਂਦੀਆਂ ਨੇ। ਠੀਕ ਹੈ, ਤਾਂ ਘੱਟੋ-ਘੱਟ 5 ਤਾਂ ਸਮਝ ਆ ਗਿਆ, ਪਰ ਕੀ ਕਦੇ 5 ਤੋਂ ਵੱਧ ਜੱਜਾਂ ਦੀ ਵੀ ਲੋੜ ਪੈਂਦੀ ਹੈ? ਹਾਂ, ਬਿਲਕੁਲ ਪੈਂਦੀ ਹੈ। ਤੇ ਇਸ ਪਿੱਛੇ ਨਿਆਂਪਾਲਿਕਾ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਿਧਾਂਤ ਕੰਮ ਕਰਦਾ ਹੈ। ਸਿਧਾਂਤ ਬਹੁਤ ਸਿੱਧਾ ਹੈ। ਜੇਕਰ ਸੁਪਰੀਮ ਕੋਰਟ ਨੂੰ ਆਪਣੇ ਹੀ ਕਿਸੇ ਪੁਰਾਣੇ ਫੈਸਲੇ ਤੇ ਦੁਬਾਰਾ ਵਿਚਾਰ ਕਰਨਾ ਪੈ ਜਾਵੇ ਤਾਂ ਜਿਹੜੀ ਨਵੀਂ ਬੈਂਚ ਬਣੇਗੀ ਉਹ ਪੁਰਾਣੀ ਵਾਲੀ ਤੋਂ ਵੱਡੀ ਹੋਣੀ ਚਾਹੀਦੀ ਹੈ। ਮਤਲਬ, ਜੇ 5 ਜੱਜਾਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਤਾਂ ਉਸ ਤੇ ਮੁੜ ਵਿਚਾਰ ਕਰਨ ਲਈ ਇੱਕ ਵੱਡੀ ਬੈਂਚ ਬੈਠੇਗੀ। ਇਸ ਲਈ ਜੇ ਪਿਛਲਾ ਫੈਸਲਾ 5 ਜੱਜਾਂ ਦਾ ਸੀ ਤਾਂ ਨਵੀਂ ਬੈਂਚ ਵਿੱਚ 7, 9 ਜਾਂ ਉਸ ਤੋਂ ਵੀ ਵੱਧ ਜੱਜ ਹੋਣਗੇ। ਇਹ ਇੱਕ ਬੁਨਿਆਦੀ ਅਸੂਲ ਹੈ। ਇੱਕ ਛੋਟੀ ਬੈਂਚ ਦੇ ਫੈਸਲੇ ਨੂੰ ਪਲਟਣ ਲਈ ਹਮੇਸ਼ਾ ਇੱਕ ਵੱਡੀ ਬੈਂਚ ਦੀ ਤਾਕਤ ਚਾਹੀਦੀ ਹੁੰਦੀ ਹੈ। ਇਸ ਨਾਲ ਕਾਨੂੰਨੀ ਸਥਿਰਤਾ ਬਣੀ ਰਹਿੰਦੀ ਹੈ। ਤੇ ਇਸ ਦੀ ਸਭ ਤੋਂ ਵੱਡੀ ਤੇ ਇਤਿਹਾਸਿਕ ਮਿਸਾਲ ਹੈ ਕੇਸ਼ਵਾਨੰਦ ਭਾਰਤੀ ਕੇਸ। ਇਹ ਸ਼ਾਇਦ ਭਾਰਤੀ ਨਿਆਂ ਦੇ ਇਤਿਹਾਸ ਦਾ ਸਭ ਤੋਂ ਮਸ਼ਹੂਰ ਕੇਸ ਹੈ। ਸੋਚੋ, ਇਸ ਇਤਿਹਾਸਿਕ ਕੇਸ ਨੂੰ ਸੁਣਨ ਲਈ ਕਿੰਨੇ ਜੱਜ ਬੈਠੇ ਹੋਣਗੇ? 5, 7 ਨਹੀਂ, ਪੂਰੇ 13 ਜੱਜ। ਜੀ ਹਾਂ, 13 ਜੱਜਾਂ ਦੀ ਬੈਂਚ, ਜਿਹੜੀ ਅੱਜ ਤੱਕ ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੰਵਿਧਾਨਿਕ ਬੈਂਚ ਹੈ। ਇਸੇ ਬੈਂਚ ਨੇ ਸੰਵਿਧਾਨ ਦੇ ਮੁੱਢਲੇ ਢਾਂਚੇ ਦਾ ਸਿਧਾਂਤ ਦਿੱਤਾ ਸੀ, ਜੋ ਇੱਕ ਤਰ੍ਹਾਂ ਨਾਲ ਸੰਸਦ ਦੀਆਂ ਸ਼ਕਤੀਆਂ ਤੇ ਵੀ ਲਗਾਮ ਲਾਉਂਦਾ ਹੈ। ਅੱਛਾ, ਇੰਨੀਆਂ ਗੱਲਾਂ ਹੋ ਗਈਆਂ, ਪਰ ਆਖਿਰ ਇਹ ਸਭ ਇੰਨਾ ਮਾਇਨੇ ਕਿਉਂ ਰੱਖਦਾ ਹੈ? ਜੱਜਾਂ ਦੀ ਗਿਣਤੀ ਨਾਲ ਕੀ ਫਰਕ ਪੈਂਦਾ ਹੈ? ਆਓ ਇਸ ਦੇ ਪਿੱਛੇ ਦੇ ਅਸਲ ਕਾਰਨ ਨੂੰ ਸਮਝਦੇ ਹਾਂ। ਇਹ ਸਭ ਇਸ ਲਈ ਜ਼ਰੂਰੀ ਹੈ ਕਿਉਂਕਿ ਸੰਵਿਧਾਨ ਕੋਈ ਆਮ ਕਾਨੂੰਨੀ ਕਿਤਾਬ ਨਹੀਂ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨ ਹੈ। ਇਹ ਸਰਕਾਰਾਂ ਦੀ ਹੱਦ ਤੈਅ ਕਰਦਾ ਹੈ ਅਤੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਦਾ ਹੈ। ਇਸ ਲਈ ਜਦੋਂ ਇਸ ਦੇ ਅਰਥਾਂ ਤੇ ਸਵਾਲ ਉੱਠਦਾ ਹੈ ਤਾਂ ਇਹ ਯਕੀਨੀ ਬਣਾਉਣਾ ਪੈਂਦਾ ਹੈ ਕਿ ਫੈਸਲਾ ਬਹੁਤ ਗੰਭੀਰਤਾ, ਸਿਆਣਪ ਅਤੇ ਵੱਧ ਤੋਂ ਵੱਧ ਨਿਆਇਕ ਸਹਿਮਤੀ ਨਾਲ ਲਿਆ ਜਾਵੇ। ਇੱਕ ਵੱਡੀ ਬੈਂਚ ਇਸੇ ਗੰਭੀਰਤਾ ਨੂੰ ਦਰਸਾਉਂਦੀ ਹੈ। ਤਾਂ ਚਲੋ ਫਟਾਫਟ ਮੁੱਖ ਗੱਲਾਂ ਨੂੰ ਦੁਹਰਾ ਲਈਏ। ਪਹਿਲੀ, ਸੰਵਿਧਾਨ ਦੀ ਵਿਆਖਿਆ ਲਈ ਘੱਟੋ-ਘੱਟ 5 ਜੱਜ ਚਾਹੀਦੇ ਨੇ। ਦੂਜੀ, ਇਸ ਨੂੰ ਸੰਵਿਧਾਨਿਕ ਬੈਂਚ ਕਿਹਾ ਜਾਂਦਾ ਹੈ। ਤੀਜੀ, ਪੁਰਾਣੇ ਫੈਸਲਿਆਂ ਤੇ ਮੁੜ ਵਿਚਾਰ ਕਰਨ ਲਈ ਹੋਰ ਵੀ ਵੱਡੀਆਂ ਬੈਂਚਾਂ ਦੀ ਲੋੜ ਪੈਂਦੀ ਹੈ। ਤੇ ਆਖਰੀ, ਇਹ ਸਾਰੀ ਪ੍ਰਕਿਰਿਆ ਕਾਨੂੰਨ ਨੂੰ ਸਥਿਰਤਾ ਅਤੇ ਗੰਭੀਰਤਾ ਦਿੰਦੀ ਹੈ।
ਪਰ ਜਾਂਦੇ-ਜਾਂਦੇ ਇੱਕ ਸਵਾਲ ਤੁਹਾਡੇ ਸੋਚਣ ਲਈ ਛੱਡ ਜਾਂਦੇ ਹਾਂ। ਕੀ ਜ਼ਿਆਦਾ ਜੱਜਾਂ ਵਾਲੀ ਬੈਂਚ ਹਮੇਸ਼ਾ ਇੱਕ ਬਿਹਤਰ ਜਾਂ ਜ਼ਿਆਦਾ ਇਨਸਾਫ ਵਾਲੇ ਫੈਸਲੇ ਦੀ ਗਾਰੰਟੀ ਦਿੰਦੀ ਹੈ? ਇਸ ਬਾਰੇ ਜ਼ਰੂਰ ਸੋਚਣਾ। ਅਗਲੀ ਵਾਰ ਫਿਰ ਮਿਲਾਂਗੇ।